ਸੋ ਆਪਾਂ ਗੱਲ ਕਰਦੇ ਹਾਂ ਜਿਹੜੀ ਸਟੋਰੀ ਦੀ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਤੁਸੀਂ ਸ਼ਾਇਦ ਹੁਣ ਹੈਡਲਾਈਨਸ ਦੇ ਵਿੱਚ ਵੀ ਸੁਣਿਆ ਹੋਣਾ ਕਿ ਇੱਕ ਜਿਹੜਾ ਕੈਪਸੂਲ ਆ ਆਸਟ੍ਰੇਲੀਆ ਦੇ ਵਿੱਚ ਜਿਹੜਾ ਇਹ ਮਿਲ ਗਿਆ ਆ, ਇਹਦੇ ਜਿਹੜੀ ਆ ਟਾਈਨੀ ਛੋਟਾ ਜਿਹਾ ਰੇਡੀਓ ਐਕਟਿਵ ਕੈਪਸੂਲ ਇਹਨੂੰ ਜਿਹੜਾ ਦੱਸਿਆ ਗਿਆ ਇਹ ਗਵਾਚ ਗਿਆ ਸੀ ਜੀ ਆਸਟ੍ਰੇਲੀਆ ਦੇ ਵਿੱਚ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਘਾਹ ਵਾਲੀ ਬੋਰੀ ਦੇ ਵਿੱਚ ਸ਼ਾਇਦ ਕਹਿੰਦੇ ਹੁੰਦੇ ਨਾ, ਘਾਹ ਵਾਲੀ ਬੋਰੀ ਦੇ ਵਿੱਚ ਸੂਈ ਗਵਾਚਣੀ, ਜਾਂ ਕਹਿ ਲਓ ਕਿ ਤੂੜੀ ਵਾਲੇ ਕੁੱਪ ਦੇ ਵਿੱਚ ਕੁਝ ਗਵਾਚ ਜਾਵੇ, ਕੋਈ ਇਦਾਂ ਦਾ ਤੂੜੀ ਵਾਲੇ ਕੁੱਪ ਦੇ ਵਿੱਚ ਕੋਈ ਸੂਈ ਗਵਾਚ ਜਾਵੇ ਤੇ ਉਹਨੂੰ ਕਿਵੇਂ ਆਪਾਂ ਲੱਭਣਾ। ਤੇ ਉਹ ਜਿਨ੍ਹਾਂ ਨੇ ਕੁੱਪ ਬੰਨੇ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਕਿ ਉੱਥੋਂ ਕੁਝ ਨਹੀਂ ਲੱਭਦਾ ਜੇਕਰ ਕੁਝ ਇਸ ਤਰੀਕੇ ਦਾ ਕੁਝ ਹੋ ਜਾਵੇ ਤਾਂ। ਸੋ ਖੈਰ ਇਸੇ ਤਰੀਕੇ ਦੀ ਜਿਹੜੀ ਇਹ ਘਟਨਾ ਵਾਪਰੀ ਆ ਆਸਟ੍ਰੇਲੀਆ ਦੇ ਅੰਦਰ, ਤੇ ਇਹਨੇ ਬਹੁਤ ਜ਼ਿਆਦਾ ਚਿੰਤਤ ਕੀਤਾ ਪੂਰੀ ਦੁਨੀਆ ਨੂੰ ਵੀ, ਤੇ ਖਾਸ ਕਰਕੇ ਆਸਟ੍ਰੇਲੀਅਨ ਅਥਾਰਟੀਜ਼ ਨੂੰ। BBC ਨੇ ਜਿਹੜੀ BBC ਸਰਵਿਸ ਨੇ ਜਿਹੜੀ ਇਹਦੇ ਤੇ ਰਿਪੋਰਟ ਕੀਤੀ ਆ 4 ਦਿਨ ਪਹਿਲਾਂ, ਜਿਹੜੀ ਕੁਝ ਦਿਨ ਪਹਿਲਾਂ ਜਿਹੜੀ ਰਿਪੋਰਟ ਆਉਂਦੀ ਹੈ ਇੱਕ, ਉਹਦੇ ਵਿੱਚ ਇਹ ਸੀ ਕਿ ਇੱਕ ਅਰਜੈਂਟ ਸਰਚ ਜਿਹੜੀ ਆ ਉਹ ਜਾਰੀ ਆ ਵੈਸਟਰਨ ਆਸਟ੍ਰੇਲੀਆ ਦੇ ਵਿੱਚ। ਆਸਟ੍ਰੇਲੀਆ ਜਿਹੜਾ ਉਹਦਾ ਪੱਛਮੀ ਖਿੱਤਾ ਆਸਟ੍ਰੇਲੀਅਨ ਜਿਹੜਾ ਮੁਲਕ ਦਾ, ਉਹਦੇ ਪੱਛਮੀ ਖਿੱਤੇ ਦੇ ਵਿੱਚ ਇੱਕ ਸਰਚ, ਇੱਕ ਜਿਹੜੀ ਆ ਭਾਲ ਕੀਤੀ ਜਾ ਰਹੀ ਆ ਇੱਕ ਛੋਟੇ ਜਿਹੇ ਕੈਪਸੂਲ ਦੀ। ਬੜਾ ਜਿਹੜਾ ਛੋਟਾ ਜਿਹਾ, ਉਹਨੂੰ ਕਹਿ ਲਓ ਕਿ ਇੱਕ ਛੋਟੀ ਕੋਇਨ ਦੇ ਤੋਂ ਵੀ ਛੋਟਾ, ਪੈਨੀ ਕਿ ਜਿੱਦਾਂ ਰੱਖ ਲਓ, ਪੈਨੀ ਤੋਂ ਵੀ ਛੋਟਾ ਰੱਖ ਲਓ। ਸੋ ਇਹਦੇ ਵਿੱਚ ਕੀ ਸੀਗਾ ਕਿ ਇਹ ਜਿਹੜਾ ਟਾਈਨੀ ਕੈਪਸੂਲ ਸੀਗਾ, ਇਹਦੇ ਵਿੱਚ ਰੇਡੀਓ ਐਕਟਿਵ ਜਿਹੜਾ ਸਬਸਟੈਂਸ ਸੀਗਾ, ਜਿਹੜਾ ਇਹ ਕੈਪਸੂਲ ਗਵਾਚਾ, ਇਹਦੇ ਵਿੱਚ ਰੇਡੀਓ ਐਕਟਿਵ ਜਿਹੜਾ ਸਬਸਟੈਂਸ ਸੀਗਾ। ਦੈਟ ਇਜ਼ ਵਾਈ ਇਹ ਬਹੁਤ ਜ਼ਿਆਦਾ ਜਿਹੜਾ ਇੰਪੋਰਟੈਂਟ ਸੀਗਾ ਕਿ ਇਹਨੂੰ ਜਲਦੀ ਤੋਂ ਜਲਦੀ ਲੱਭਿਆ ਜਾਵੇ। ਜਿਹੜੀ ਜਨਤਾ ਸੀਗੀ ਉਹਨੂੰ ਚੇਤਾਵਨੀ ਦਿੱਤੀ ਗਈ ਸੀਗੀ ਕਿ ਉਹ ਦੂਰ ਰਹਿਣ ਇਹਦੇ ਤੋਂ, ਇਸ ਕੈਪਸੂਲ ਤੋਂ। ਪਰ ਸਮੱਸਿਆ ਇਹ ਸੀ ਕਿ ਜਿੰਨਾ ਛੋਟਾ ਇਹ ਹੈ ਸੀ, ਇਹਦੇ ਤੋਂ ਤੁਹਾਨੂੰ ਹੋ ਸਕਦਾ ਕਿ ਤੁਹਾਨੂੰ ਪਤਾ ਹੀ ਨਾ, ਜਿਹੜਾ ਗਵਰਨਮੈਂਟ ਵੱਲੋਂ ਜਾਂ ਜਿਹੜੇ ਅਥਾਰਟੀਜ਼ ਵੱਲੋਂ ਇਸ ਤਰੀਕੇ ਦੀ ਜਿਹੜੀ ਆ ਵਾਰਨਿੰਗਸ ਜਾਰੀ ਕੀਤੀਆਂ ਗਈਆਂ ਸੀ, ਤੇ ਜਿਹੜੇ ਖਦਸ਼ੇ ਸੀ ਉਹ ਇਸੇ ਤਰੀਕੇ ਦੇ ਸੀ ਕਿ ਕੋਈ ਇਹਨੂੰ ਉਠਾ ਕੇ ਆਪਣੇ ਘਰ ਨਾ ਲੈ ਜਾਵੇ, ਕੋਈ ਆਪਣੇ ਇਹਨੂੰ ਨਜ਼ਦੀਕ ਨਾ ਰੱਖ ਲਵੇ, ਕੋਈ ਇਹਨੂੰ ਵੈਸੇ ਨਾ ਸਮਝ ਲਵੇ ਕਿ ਕੋਈ, ਕਈ ਵਾਰੀ ਵੈਸੇ ਹੋ ਜਾਂਦਾ ਕਿ ਸ਼ਾਇਦ ਕੋਈ ਗੁੱਡ ਲੱਕ ਲਈ ਮੈਨੂੰ ਕੋਈ ਚੀਜ਼ ਲੱਭ ਗਈ ਆ, ਮੈਂ ਵੈਸੇ ਤੁਸੀਂ ਆਪਣੇ ਨਜ਼ਦੀਕ ਰੱਖ ਲੈਂਦੇ ਹੋ, ਕਿਉਂਕਿ ਜਦ ਤੱਕ ਤੁਹਾਨੂੰ ਪਤਾ ਹੀ ਨਹੀਂ ਕਿ ਉਹਦੇ ਵਿੱਚ ਹੈ ਕੀ, ਤੇ ਤੁਸੀਂ ਓਬਵੀਅਸਲੀ ਤੁਹਾਨੂੰ ਨਹੀਂ ਕੋਈ ਵੀ ਉਸ ਚੀਜ਼ ਦੀ ਜਾਣਕਾਰੀ, ਤੇ ਤੁਸੀਂ ਅਣਜਾਣ ਹੋ ਤਾਂ ਫਿਰ ਤੁਹਾਡੀ ਕੋਈ ਗਲਤੀ ਨਹੀਂ ਸੀ ਹੋਣੀ ਉਹਦੇ ਵਿੱਚ। ਸੋ ਇਸੇ ਕਰਕੇ ਅਥਾਰਟੀਜ਼ ਨੂੰ ਬਹੁਤ ਜ਼ਿਆਦਾ ਡਰ ਸੀ ਇਸ ਚੀਜ਼ ਦਾ। ਇਹ ਜਿਹੜਾ ਇੱਕ ਨਿਊਮਨ ਤੇ ਸਿਟੀ ਆਫ ਪਰਥ ਤਾਂ ਆਪਾਂ ਖੈਰ ਖਾਸਾ ਮਸ਼ਹੂਰ ਸ਼ਹਿਰ ਹੈ ਆਸਟ੍ਰੇਲੀਆ ਦਾ। ਸੋ ਇਹਦੇ ਵਿਚਕਾਰ ਜਿਹੜਾ ਇਹ ਜਨਵਰੀ ਦੇ ਮਿਡ ਦੇ ਵਿੱਚ, ਜਨਵਰੀ ਦੇ ਜਿਹੜਾ ਮਹੀਨੇ ਦੇ ਦਰਮਿਆਨ, ਕਹਿ ਲਓ ਕਿ 15-16 ਜਨਵਰੀ ਨੂੰ ਜਾਂ ਇਹਨਾਂ ਕੁ ਦਿਨਾਂ ਦੇ ਵਿੱਚ, ਮਿਡ ਜਨਵਰੀ ਦੇ ਵਿੱਚ ਖੈਰ ਇਹ ਜਿਹੜਾ ਗਵਾਚਦਾ। ਤੇ ਇਹ ਜਿਹੜੀ ਆ ਜਿਸ ਰਸਤੇ ਦੇ ਵਿੱਚੋਂ ਇਹਨੂੰ ਲੱਭਣਾ ਸੀ ਕਿ ਕਿੱਥੇ ਇਹ ਗਵਾਚਿਆ ਹੋ ਸਕਦਾ, ਉਹ ਰਸਤਾ 1400 ਕਿਲੋਮੀਟਰ ਦਾ ਸੀ ਜੀ। 870 ਮੀਲ ਤੇ 1400 ਕਿਲੋਮੀਟਰ। 1400 ਕਿਲੋਮੀਟਰ ਦੇ ਰਾਸਤੇ ਦੇ ਵਿੱਚ ਤੁਸੀਂ ਇੱਕ ਕੋਈ ਪੈਨਿਕ ਵਰਗੀ ਚੀਜ਼ ਜਿਹੜੀ ਆ, ਇੱਕ ਪੈਨੀ ਜਿਹੜੀ ਛੋਟੀ ਹੁੰਦੀ ਆ, ਉਹਦੇ ਵਰਗੀ ਚੀਜ਼ ਲੱਭਣੀ ਹੈ। ਇਹਦੇ ਨਾਲ ਹੋ ਕੀ ਸਕਦਾ ਸੀਗਾ, ਉਹ ਸੀ ਡਿਪਾਰਟਮੈਂਟ ਆਫ ਫਾਇਰ ਐਂਡ ਐਮਰਜੈਂਸੀ ਸਰਵਿਸ। ਉਹਨਾਂ ਨੇ ਹਾਲਾਂਕਿ ਇਹ ਗੱਲ ਇਹ ਕਹਿ ਦਿੱਤੀ ਸੀ ਕਿ ਇਹਨੂੰ ਵੈਪਨਾਈਜ਼ ਤਾਂ ਨਹੀਂ ਕੀਤਾ ਜਾ ਸਕਦਾ, ਪਰ ਇਹਦੇ ਨਾਲ ਜਿਹੜਾ ਆ ਰੇਡੀਏਸ਼ਨ ਬਰਨਸ ਹੋ ਸਕਦੇ ਆ, ਤੇ ਇਹਦੇ ਨਾਲ ਲੌਂਗ ਟਰਮ ਜਿਹੜੇ ਆ ਰਿਸਕ ਹੈਗੇ ਸੀ, ਲੌਂਗ ਟਰਮ ਬਿਮਾਰੀਆਂ ਜਿਵੇਂ ਕਿ ਕੈਂਸਰ ਵਰਗੀ ਬਿਮਾਰੀ ਹੋ ਸਕਦੀ ਸੀ। ਰੇਡੀਏਸ਼ਨ ਆਪਾਂ ਨੂੰ ਪਤਾ ਕਿ ਕਾਫੀ ਜ਼ਿਆਦਾ ਜਿਹੜੀ ਆ ਖਤਰਨਾਕ ਇਹ ਚੀਜ਼ ਹੈ। ਇਹ ਜਿਹੜਾ ਰੇਡੀਓ ਐਕਟਿਵ ਕੈਪਸੂਲ ਸੀਗਾ, ਇਹਨੂੰ ਇਸ ਤਰੀਕੇ ਨਾਲ ਦੱਸਿਆ ਗਿਆ ਸੀ ਕਿ ਤੁਸੀਂ ਇਹਦੇ ਤੋਂ ਜਿਹੜਾ ਜਿੰਨਾ ਬਚ ਸਕਦੇ ਹੋ। ਉੱਥੇ ਜਿਹੜੀ ਲੋਕਲ ਲੋਕ ਸੀਗੇ ਉਹਨਾਂ ਨੂੰ ਦੱਸਣ ਲਈ ਕਿ ਤੁਸੀਂ ਜੇਕਰ ਤੁਹਾਨੂੰ ਪਤਾ ਇਹਦਾ ਲੱਗਦਾ ਤਾਂ ਤੁਸੀਂ ਜਲਦੀ ਤੋਂ ਜਲਦੀ ਜਿਹੜਾ ਅਧਿਕਾਰੀਆਂ ਨੂੰ ਇਹਦੇ ਬਾਰੇ ਸੂਚਿਤ ਕਰੋ। ਆਪਾਂ ਇਹ ਗੱਲ ਕਰਦੇ ਹਾਂ ਕਿ ਗਵਾਚਿਆ ਕਿਵੇਂ ਤੇ ਫਿਰ ਇਹ ਲੱਭਿਆ ਕਿਵੇਂ। ਸੋ ਕਿਲੋਮੀਟਰ ਦਾ, ਠੀਕ ਹੈ ਜੀ, 870 ਮੀਲ ਕੋ ਥੋੜੇ ਨਹੀਂ ਹੁੰਦੇ। ਸੋ 1400 ਜਿਹੜਾ ਕਿਲੋਮੀਟਰ ਆ, ਇਹਦੇ ਵਿੱਚੋਂ ਉਹਨਾਂ ਨੇ ਇਹ ਛੋਟੀ ਜਿਹੀ ਇੱਕ ਪੈਨੀ ਵਰਗੀ ਚੀਜ਼ ਲੱਭਣੀ ਸੀ, ਤੇ ਉਹ ਵੀ ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਗਵਾਚੀ ਆ, ਉਸ ਤੋਂ ਬਾਅਦ ਫਿਰ ਸਾਰਾ ਕੁਝ ਇਹ ਸ਼ੁਰੂ ਹੁੰਦਾ। ਤੇ ਇਹਦੇ ਨਾਲ ਜਿਹੜੇ ਖਤਰੇ ਸੀਗੇ, ਜਿਹੜੇ ਖਦਸ਼ੇ ਸੀਗੇ, ਉਹ ਵੀ ਆਪਾਂ ਸਾਂਝੇ ਕੀਤੇ ਆ। ਸੋ ਹੁਣ ਇਹ ਜਿਹੜਾ ਆਪਾਂ ਜੇਕਰ ਗੱਲ ਕਰੀਏ ਤਾਂ ਇਹ ਗਵਾਚਿਆ ਕਿਵੇਂ, ਇਹ ਜਿਹੜੀ ਇੱਥੇ ਕੀਤੀ ਜਾ ਰਹੀ ਸੀਗੀ, ਜਿਹੜੇ ਰੀਓ ਟਿੰਟੋ ਇੱਕ, ਇਹਨਾਂ ਵੱਲੋਂ ਖੈਰ ਮੁਆਫੀ ਵੀ ਮੰਗੀ ਗਈ। ਇਹ ਇੱਕ ਵੱਡੀ ਜਿਹੜੀ ਆ ਮਾਈਨਿੰਗ ਉੱਥੇ ਦੀ ਫਰਮ ਆ ਆਸਟ੍ਰੇਲੀਆ ਦੀ, ਮਾਈਨਿੰਗ ਜੈਂਟ ਜਿਹੜਾ ਦਾ ਨਾਮ ਇਹਨਾਂ ਨੂੰ ਦਿੱਤਾ ਗਿਆ। BBC ਦੀ ਇਸ ਰਿਪੋਰਟ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਇਹ ਜਿਹੜੇ ਰੀਓ ਟਿੰਟੋ ਆ, ਇਹਨਾਂ ਦੇ ਵੱਲੋਂ ਮੁਆਫੀ ਮੰਗੀ ਗਈ ਆ ਕੁਝ ਦਿਨ ਪਹਿਲਾਂ, ਐਕਚੁਅਲੀ 1-2 ਦਿਨ ਪਹਿਲਾਂ ਦੀ ਹੀ ਇਹ ਖਬਰ ਹੈ ਕਿ ਉਹਨਾਂ ਦੇ ਵੱਲੋਂ ਅਪੋਲੋਜਾਈਜ਼ ਕੀਤਾ ਗਿਆ ਕਿ ਉਹਨਾਂ ਦੇ ਕੋਲੋਂ ਇਹ ਜਿਹੜਾ ਛੋਟਾ ਜਿਹੜਾ ਰੇਡੀਓ ਐਕਟਿਵ ਕੈਪਸੂਲ ਆ ਉਹ
ਗਵਾਚ ਗਿਆ ਤੇ ਇਸ ਕਰਕੇ ਤੇ ਉਹਦੇ ਕਰਕੇ ਜਿਹੜੀਆਂ ਸੀਗੇ ਖਦਸ਼ੇ ਉਹਦੇ ਚੱਲਦਿਆਂ ਉਹਨਾਂ ਨੇ ਇਸ ਦੇ ਲਈ ਮੁਆਫੀ ਵੀ ਮੰਗੀ ਸੀ। ਸੋ ਇਹਦੇ ਵਿੱਚ ਇੱਕ ਵੱਡਾ ਜਿਹੜਾ ਐਮਰਜੈਂਸੀ ਜਿਹੜਾ ਆਪਰੇਸ਼ਨ ਲਾਂਚ ਕੀਤਾ ਗਿਆ ਇਸ ਨੂੰ ਲੱਭਣ ਦੇ ਲਈ। ਜਿਵੇਂ ਆਪਾਂ ਗੱਲ ਕੀਤੀ ਅੱਗੇ ਦੇ ਨਾਲ ਸਕਿਨ ਡੈਮੇਜ, ਬਰਨਸ ਜਾਂ ਰੇਡੀਏਸ਼ਨ ਸਿਕਨੈਸ ਹੋ ਸਕਦੀ ਸੀਗੀ। ਸੋ ਐਮਰਜੈਂਸੀ ਸਰਵਿਸਿਜ਼ ਨੇ ਲਗਾਤਾਰ ਇਹਨੂੰ ਲੱਭਿਆ ਤੇ ਚੰਗੀ ਗੱਲ ਖੈਰ ਇਹ ਲਈ ਆ ਕਿ ਇਹ ਇਸੇ ਤਰੀਕੇ ਨਾਲ ਮਿਲ ਗਿਆ ਆ। ਸੋ ਇਹਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਕਿ ਇਹ ਗਵਾਚਿਆ ਕਿਵੇਂ, ਇਹਦੇ ਬਾਬਤ ਜਿਹੜੀ ਜਾਣਕਾਰੀ ਮਿਲੀ ਆ ਉਹ ਇਹ ਹੈ ਕਿ ਇਹਨੂੰ ਜਿਹੜਾ ਇੱਕ ਗੇਜ ਕਾਈਂਡ ਆਫ ਚੀਜ਼ ਸੀਗੀ ਜਿਹੜੀ ਉਹਨੂੰ ਇਹ ਟਰਾਂਸਪੋਰਟ ਕੀਤਾ ਜਾ ਰਿਹਾ ਸੀਗਾ ਕਿਉਂਕਿ ਉੱਥੇ ਮਾਈਨਿੰਗ ਦਾ ਕੰਮ ਚੱਲਦਾ ਉਸ ਇਲਾਕੇ ਦੇ ਵਿੱਚ ਤੇ ਉੱਥੇ ਉਸ ਦੀ ਜਿਹੜੀ ਆ ਜ਼ਰੂਰਤ ਸੀਗੀ ਇਸ ਜਿਹੜੀ ਆ ਗੇਜ ਦੀ। ਸੋ ਇਹਨੂੰ ਜਦੋਂ ਟਰਾਂਸਪੋਰਟੇਸ਼ਨ ਇਹਦੀ ਕੀਤੀ ਜਾ ਰਹੀ ਸੀਗੀ, ਇਹਦੇ ਬਾਬਤ ਉਹਨਾਂ ਨੇ ਪਹਿਲਾਂ ਦੱਸਿਆ ਕਿ ਜਦੋਂ ਉੱਥੋਂ ਜਿੱਥੋਂ ਇੱਕ ਜਗ੍ਹਾ ਤੋਂ ਲਿਜਾ ਕੇ ਇਹਨੂੰ ਦੂਸਰੀ ਜਗ੍ਹਾ ਤੇ ਲਿਜਾਇਆ ਗਿਆ, ਇਹ ਜਿਹੜੀ ਗੇਜ ਸੀਗੀ ਇਹਨੂੰ ਇਸ ਜਿਹੜੀ ਆ ਵੱਡੀ ਜਾਇੰਟ ਇਹ ਕੰਪਨੀ ਆ ਮਾਈਨਿੰਗ ਵਾਲੀ, ਇਹਦੇ ਵੱਲੋਂ ਇੱਕ ਸਬ ਕੰਟਰੈਕਟ ਕੀਤਾ ਗਿਆ ਸੀ ਕਿਸੇ ਹੋਰ ਕੰਪਨੀ ਨੂੰ, ਜਿਨ੍ਹਾਂ ਨੇ ਕਿ ਇਹਨੂੰ ਇੱਕ ਮਾਈਨ ਸਾਈਟ ਤੋਂ ਚੱਕ ਕੇ 12 ਜਨਵਰੀ ਨੂੰ ਤੇ ਉਹਨੂੰ ਜਿਹੜਾ ਸਟੋਰੇਜ ਫੈਸਿਲਿਟੀ ਨਾਰਥ ਈਸਟ ਜਿਹੜੀ ਆ ਸਬਰਬਸ ਆਫ ਪਰਥ ਦੇ ਵਿੱਚ ਜਿਹੜੀ ਆ ਉੱਥੇ ਇਹਨੂੰ ਮੂਵ ਕਰਨਾ ਸੀਗਾ। ਜਦੋਂ ਇਹਨੂੰ ਅਨਪੈਕ ਕੀਤਾ ਗਿਆ 25 ਜਨਵਰੀ ਨੂੰ ਇਨਸਪੈਕਸ਼ਨ ਦੇ ਲਈ, ਤਾਂ ਉਦੋਂ ਉਹਨਾਂ ਨੂੰ ਪਤਾ ਲੱਗਾ ਕਿ ਜਿਹੜੀ ਗੇਜ ਆ ਇਹ ਟੁੱਟੀ ਹੋਈ ਆ ਤੇ ਇਹਦੇ ਵਿੱਚੋਂ ਜਿਹੜਾ ਇੱਕ ਇਹਦਾ ਹਿੱਸਾ ਆ ਜਿਹੜਾ ਰੇਡੀਓ ਐਕਟਿਵ ਕੈਪਸੂਲ ਸੀਗਾ ਉਹ ਮਿਸਿੰਗ ਆ। ਸੋ ਆਬਵੀਅਸਲੀ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਪਤਾ ਲੱਗਾ ਕਿ ਇਹ ਤਾਂ ਜ਼ਿਆਦਾ ਸਮੱਸਿਆ ਵਾਲੀ ਗੱਲ ਹੈ ਕਿਉਂਕਿ ਜਿਹੜਾ ਇਹਦੇ ਕਰਕੇ ਬਹੁਤ ਸਾਰੀਆਂ ਜਿਹੜੀਆਂ ਆਪਾਂ ਅੱਗੇ ਗੱਲ ਕੀਤੀ ਆ ਕਿ ਸਮੱਸਿਆਵਾਂ ਖੜੀਆਂ ਹੋ ਸਕਦੀਆਂ ਸੀ, ਬਿਮਾਰੀਆਂ ਹੋ ਸਕਦੀਆਂ ਸੀ ਜਿਹੜਾ ਇਸ ਦੇ ਕਰਕੇ। ਸੋ ਸਪੈਸ਼ਲਿਸਟ ਜਿਹੜੇ ਆ ਰੇਡੀਏਸ਼ਨ ਡਿਟੈਕਸ਼ਨ ਜਿਹੜੇ ਇਕਵਿਪਮੈਂਟ ਸੀਗੇ ਉਹਨਾਂ ਨੂੰ ਫਿੱਟ ਕੀਤਾ ਗਿਆ ਪੈਟਰੋਲ ਵਹੀਕਲਸ ਤੇ ਕਿ ਇਹ ਕਿ ਤਾਂ ਕਿ ਉਹ ਜਿਹੜੀ ਆ ਰੇਡੀਏਸ਼ਨ ਦੀ ਜਿਹੜੀ ਆ ਉਹਨੂੰ ਕੈਚ ਕਰ ਲਵੇ। ਉਹ ਜਿਹੜੇ ਵਾਹਨ ਸੀਗੇ ਉਹਨਾਂ ਦੇ ਉੱਤੇ ਇਹ ਰੇਡੀਏਸ਼ਨ ਡਿਟੈਕਸ਼ਨ ਵਾਲਾ ਜਿਹੜਾ ਇਕਵਿਪਮੈਂਟ ਸੀਗਾ ਉਹਨੂੰ ਫਿੱਟ ਕਰਕੇ ਪੈਟਰੋਲ ਵਹੀਕਲਸ ਨੂੰ ਤੇ ਇਹਨੂੰ ਫਿਰ ਜਿਹੜਾ ਇਸ ਪੂਰੇ ਰਾਸਤੇ ਤੇ ਜਿਹੜਾ 1400 ਕਿਲੋਮੀਟਰ ਦਾ ਰਾਸਤਾ ਆ ਉਹਦਾ ਇੱਕ ਸਿਰੇ ਤੋਂ ਲੈ ਕੇ ਦੂਸਰੇ ਸਿਰੇ ਤੱਕ ਉਹਨਾਂ ਨੂੰ ਜਿਹੜਾ ਚਲਾਇਆ ਗਿਆ ਤੇ ਉਹਨਾਂ ਦੇ ਕੋਈ 50 ਕਿਲੋਮੀਟਰ ਪਰ ਆਵਰ ਜਾਂ 30 ਮਾਈਲ ਪਰ ਆਵਰ ਕਹਿ ਲਓ ਇਸ ਜਿਹੜੀ ਆ ਸਪੀਡ ਦੇ ਉੱਤੇ ਇਹ ਵਾਹਨਾਂ ਨੂੰ ਦੋਨੇ ਡਾਇਰੈਕਸ਼ਨ ਦੇ ਵਿੱਚ ਚਲਾਇਆ ਗਿਆ ਤਾਂ ਕਿ ਜਲਦੀ ਤੋਂ ਜਲਦੀ ਇਹਦਾ ਪਤਾ ਲੱਗ ਜਾਵੇ ਕਿ ਇਹ ਕਿੱਥੇ ਆ। ਪਰ ਫਿਰ ਵੀ ਬਹੁਤ ਔਖਾ ਕੰਮ ਸੀ ਕਿਉਂਕਿ ਜਿਹੜੀ ਆ ਹੈ ਹੀ ਬਹੁਤ ਛੋਟੀ ਚੀਜ਼ ਸੀ, ਪਰ ਫਿਰ ਵੀ ਕਿਉਂਕਿ ਇਹ ਇਸ ਕਰਕੇ ਕਿਉਂਕਿ ਤੁਹਾਨੂੰ ਇਹ ਜਿਹੜਾ ਇਹਦਾ ਰੇਡੀਏਸ਼ਨ ਸੀਗਾ ਉਹਨੂੰ ਡਿਟੈਕਟ ਕੀਤਾ ਜਾ ਸਕਦਾ ਸੀਗਾ ਇਸ ਇਕਵਿਪਮੈਂਟ ਦੇ ਕਰਕੇ ਤੇ ਇਹਦੇ ਕਰਕੇ ਹੀ ਇਹਦੇ ਚੱਲਦਿਆਂ ਹੀ ਜਿਹੜਾ ਇਹਨੂੰ ਫੜਿਆ ਗਿਆ। ਅੱਜ ਦੀ ਜਿਹੜੀ ਰਿਪੋਰਟ ਵੀ ਆ ਬਹੁਤ ਸਾਰੇ ਜਿੱਥੇ ਮੀਡੀਆ ਦੇ ਵਿੱਚ ਤਾਂ ਜਿਵੇਂ BBC ਨੇ ਵੀ ਇਸੇ ਤਰੀਕੇ ਨਾਲ ਰਿਪੋਰਟ ਕੀਤਾ ਕਿ ਐਮਰਜੈਂਸੀ ਸਰਵਿਸਿਜ਼ ਹੈਡ ਲਿਟਰਲੀ ਫਾਊਂਡ ਦ ਨੀਡਲ ਇਨ ਦਾ ਹੇਸਟੈਕ, ਜਿਹੜਾ ਪਰਾਲੀ ਦੇ ਵਿੱਚੋਂ ਸੂਈ ਉਹਨਾਂ ਨੇ ਐਮਰਜੈਂਸੀ ਸਰਵਿਸਿਜ਼ ਵੱਲੋਂ ਆਸਟ੍ਰੇਲੀਆ ਦੇ ਅੰਦਰ ਇਹ ਲੱਭੀ ਆ। ਜਿਹੜੀ ਆ ਵੈਸਟਰਨ ਆਸਟ੍ਰੇਲੀਆ ਦੀ ਅਥਾਰਟੀਜ਼ ਨੇ ਦੱਸਿਆ ਕਿ ਉਹਨਾਂ ਨੇ ਇਹ ਜਿਹੜਾ ਟਾਈਨੀ ਰੇਡੀਓ ਐਕਟਿਵ ਕੈਪਸੂਲ ਸੀਗਾ ਇਹਨੂੰ ਜੋ ਕਿ ਕਿਉਂਕਿ ਅੱਜ ਫੈਬਰੂਅਰੀ ਦੀ ਪਹਿਲਾ ਦਿਨ ਹੋ ਗਿਆ, ਸੋ ਪਿਛਲੇ ਮਹੀਨੇ ਜਿਹੜਾ ਇਹ ਗਵਾਚਿਆ ਸੀਗਾ ਉਹਨੂੰ ਉਹਨਾਂ ਨੇ ਲੱਭ ਲਿਆ। ਕਾਫੀ ਵੱਡੀ ਸਰਚ ਇਹਦੇ ਲਈ ਟ੍ਰਿਗਰ ਕੀਤੀ ਗਈ ਸੀ, ਜਿਹੜੀ ਇਨੀਸ਼ੀਏਟ ਕੀਤੀ ਗਈ ਸੀ। ਸੋ ਜਿਵੇਂ ਆਪਾਂ ਗੱਲ ਕੀਤੀ ਆ ਕਿ ਮਾਈਨਿੰਗ ਜਿਹੜੇ ਇਹ ਕੰਪਨੀ ਸੀਗੀ ਰੀਓ ਟਿੰਟੋ, ਇਹਨਾਂ ਵੱਲੋਂ ਇਸ ਗੱਲ ਦੀ ਮੁਆਫੀ ਵੀ ਮੰਗੀ ਗਈ ਸੀ ਕਿ ਇਹ ਡਿਵਾਈਸ ਉਹਨਾਂ ਤੋਂ ਜਿਹੜੀ ਆ ਉਹ ਗਵਾਚ ਗਈ ਆ ਜਾਂ ਉਹਨਾਂ ਨੇ ਲੌਸਟ ਕਰ ਦਿੱਤੀ ਆ, ਜਿਸ ਦੇ ਕਰਕੇ ਇੱਕ ਸੀਰੀਅਸ ਡੇਂਜਰ ਹੋ ਸਕਦਾ ਸੀ ਜੇ ਇਹਨੂੰ ਜਿਸ ਤਰੀਕੇ ਨਾਲ ਹੈਂਡਲ ਕੀਤਾ ਜਾਂਦਾ। ਸੋ ਇਹ ਜਿਹੜੀ ਆ ਐਮਰਜੈਂਸੀ ਸਰਵਿਸਿਜ਼ ਵੱਲੋਂ ਸਪੈਸ਼ਲਾਈਜ਼ਡ ਇਕਵਿਪਮੈਂਟ ਯੂਜ਼ ਕਰਕੇ ਜਿਹੜਾ ਰੇਡੀਏਸ਼ਨ ਡਿਟੈਕਟਰ ਵਾਲਾ ਉਹਨੂੰ ਯੂਜ਼ ਕਰਕੇ ਇਹਨੂੰ ਫੜਿਆ ਗਿਆ। ਬੁੱਧਵਾਰ ਵਾਲੇ ਦਿਨ ਅੱਜ ਦੇ ਦਿਨ ਜਿਹੜਾ ਸਟੇਟ ਐਮਰਜੈਂਸੀ ਸਰਵਿਸਿਜ਼ ਵੱਲੋਂ ਜਿਹੜਾ ਉਹਨਾਂ ਨੇ ਇਹ ਇੰਟਰਜੈਂਸੀ ਟੀਮ ਵਰਕ ਨੇ ਜਿਹੜਾ ਵੱਖ-ਵੱਖ ਏਜੰਸੀਆਂ ਨੇ ਇਕੱਠੇ ਹੋ ਕੇ ਜਿਹੜਾ ਕੰਮ ਕੀਤਾ ਉਹਦੇ ਲਈ ਜਿਹੜਾ ਚੰਗੀ ਸਾਰਿਆਂ ਦੀ ਜਿੰਨੀਆਂ ਵੀ ਏਜੰਸੀਆਂ ਸੀਗੀਆਂ ਇਹਨਾਂ ਨੇ ਵਾਹ ਵੀ ਖੱਟੀ ਆ ਕਿਉਂਕਿ ਆਬਵੀਅਸਲੀ ਇੱਕ ਬਹੁਤ ਵੱਡਾ ਕੰਮ ਸੀਗਾ। ਇਹ ਜਿਹੜਾ ਕੈਪਸੂਲ ਜਦੋਂ ਮਿਲਿਆ ਇਹ ਇੱਕ ਵਹੀਕਲ ਜਿਹੜਾ ਇਸੇ ਸਪੈਸ਼ਲਿਸਟ ਇਕਵਿਪਮੈਂਟ ਦੇ ਨਾਲ ਜਿਹੜਾ ਜਿਹਨੂੰ ਲੈਸ ਸੀਗਾ ਉਹ ਕੋਈ 70 ਕਿਲੋਮੀਟਰ ਪਰ ਆਵਰ ਦੀ ਜਿਹੜੀ ਆ ਸਪੀਡ ਤੇ ਚੱਲ ਰਿਹਾ ਸੀਗਾ ਜਦੋਂ ਉਹਨੂੰ ਰੇਡੀਏਸ਼ਨ ਉਹਨੇ ਡਿਟੈਕਟ ਕੀਤੀ ਆ। ਜਿਸ ਰਾਸਤੇ ਥਾਣੀ ਉਹ ਲੰਘ ਰਿਹਾ ਸੀ 70 ਕਿਲੋਮੀਟਰ ਪਰ ਆਵਰ ਦੀ ਸਪੀਡ ਦੇ ਨਾਲ, ਤਾਂ ਉੱਥੇ ਉਹਨਾਂ ਦਾ ਜਿਹੜਾ ਅੰਦਰ ਉਹਨਾਂ ਦੇ ਇਹ ਇਕਵਿਪਮੈਂਟ ਲੱਗਾ ਸੀਗਾ ਉਹਨੇ ਰੇਡੀਏਸ਼ਨ ਡਿਟੈਕਟ ਕੀਤੀ, ਇਹ ਅਫੀਸ਼ੀਅਲਸ ਨੇ ਦੱਸਿਆ। ਤੇ ਇਸ ਤੋਂ ਬਾਅਦ ਫਿਰ ਜਿਹੜਾ ਪੋਰਟੇਬਲ ਡਿਟੈਕਸ਼ਨ ਇਕਵਿਪਮੈਂਟ ਸੀਗਾ ਉਹਨੂੰ ਯੂਜ਼ ਕੀਤਾ ਗਿਆ ਕੈਪਸੂਲ ਦੇ ਲੱਭਣ ਲਈ। ਇਹ 2 ਮੀਟਰ ਜਿਹੜਾ ਰੋਡ ਦੀ ਸਾਈਡ ਤੋਂ ਡਿੱਗਿਆ ਹੋਇਆ ਮਿਲ ਗਿਆ ਤੇ ਉੱਥੋਂ ਫਿਰ ਆਬਵੀਅਸਲੀ ਮਿਲਟਰੀ ਨੇ ਜਿਹੜਾ ਵੈਰੀਫਾਈਂਗ ਇਹ ਕਰ ਰਹੀ ਸੀ ਜਦੋਂ ਜਿਸ ਸਮੇਂ ਦੀ ਰਿਪੋਰਟ ਹੈ ਕਿ ਮਿਲਟਰੀ ਵਾਜ਼ ਵੈਰੀਫਾਈਂਗ ਦਾ ਕੈਪਸੂਲ ਐਂਡ ਫਿਰ ਉਸ ਤੋਂ ਬਾਅਦ ਉਹਨੂੰ ਸਿਕਿਉਰ ਫੈਸਿਲਿਟੀ ਜਿਹੜੀ ਆ ਪਰਥ ਦੇ ਅੰਦਰ ਵੀਰਵਾਰ ਨੂੰ ਲਿਜਾਇਆ ਜਾਣਾ।